ਤਾਂ ਦਿੱਲੀ ਪੁਲਿਸ ਵੱਲੋਂ ਅੱਜ ਇੱਕ ਬੇहद ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ। ਇਹਦੇ ਨਾਲ ਹੀ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਹੁਣ ਨਿਕਲ ਕੇ ਸਾਹਮਣੇ ਆ ਗਈਆਂ ਨੇ। ਭਾਵੇਂ ਇਹਨਾਂ ਦੇ ਚਿਹਰੇ ਟਕੇ ਹੋਏ ਨੇ, ਪਰ ਤੁਹਾਨੂੰ ਦੱਸ ਦਈਏ ਪ੍ਰਿਯਵਰਤ ਫੌਜੀ ਨੂੰ ਅਰੈਸਟ ਕਰ ਲਿਆ ਗਿਆ। ਪ੍ਰਿਯਵਰਤ ਫੌਜੀ ਪੁਲਿਸ ਦੇ ਅੜਿੱਕੇ ਚੜਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ੂਟਰਸ ਦੇ ਵਿੱਚ ਜਿਹੜਾ ਇੱਕ ਹੋਰ ਸ਼ਖਸ ਸ਼ਾਮਲ ਸੀ, ਜਿਸ ਦਾ ਨਾਮ ਫਿਲਹਾਲ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ, ਉਹ ਵੀ ਅਰੈਸਟ ਕਰ ਲਿਆ ਗਿਆ। ਪ੍ਰਿਯਵਰਤ ਫੌਜੀ ਦੇ ਨਾਲ ਕਸ਼ਿਸ਼ ਨੂੰ ਅਰੈਸਟ ਕੀਤਾ ਗਿਆ ਤੇ ਇਸ ਤੋਂ ਇਲਾਵਾ ਤੀਜਾ ਸ਼ਖਸ ਕੇਸ਼ਵ ਅਰੈਸਟ ਕੀਤਾ ਗਿਆ। ਕੇਸ਼ਵ ਉਹ ਸ਼ਖਸ ਸੀ ਜਿਸ ਨੇ ਕੀ ਵਾਰਦਾਤ ਤੋਂ ਅੰਜਾਮ ਹੋਣ ਤੋਂ ਬਾਅਦ ਸਾਰੇ ਸ਼ੂਟਰਸ ਨੂੰ ਦੂਜੀ ਥਾਂ ਤੇ ਲਿਜਾਣ ਦੇ ਲਈ ਬੰਦੋਬਸਤ ਕੀਤਾ ਗੱਡੀਆਂ ਦਾ। ਤੁਹਾਨੂੰ ਦੱਸ ਦਈਏ ਇਹ ਵੱਡੀ ਗ੍ਰਿਫਤਾਰੀ, ਅੱਜ ਦੀ ਵੱਡੀ ਗ੍ਰਿਫਤਾਰੀ ਬੇहद ਵੱਡੀ ਇਸ ਕਰਕੇ ਸਮਝੀ ਜਾ ਸਕਦੀ ਹੈ ਕਿਉਂਕਿ ਹੁਣ ਤੱਕ ਭਾਵੇਂ ਦਰਜਨਾਂ ਗ੍ਰਿਫਤਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ, ਪਰ ਸਵਾਲ ਲਗਾਤਾਰ ਬਰਕਰਾਰ ਸੀ ਕਿ ਸ਼ੂਟਰ ਕਦੋਂ ਅਰੈਸਟ ਹੋਣਗੇ। ਵਾਰ-ਵਾਰ ਮੀਡੀਆ ਵੀ ਸਵਾਲ ਪੁੱਛ ਰਹੀ ਸੀ, ਲੋਕੀ ਵੀ ਸਵਾਲ ਪੁੱਛ ਰਹੇ ਸੀ ਕਿ ਸ਼ੂਟਰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਕਦੋਂ ਅਰੈਸਟ ਹੋਣਗੇ। ਤੇ ਅੱਜ ਪੁਲਿਸ ਨੇ 2 ਸ਼ੂਟਰ 6 ਦੇ ਵਿੱਚੋਂ 2 ਸ਼ੂਟਰ ਗ੍ਰਿਫਤਾਰ ਕਰ ਲਏ ਨੇ। ਜੀ ਹਾਂ, ਤੁਹਾਨੂੰ ਦੱਸ ਦਈਏ ਪ੍ਰਿਯਵਰਤ ਫੌਜੀ ਸਨ ਆਫ ਜੈ ਭਗਵਾਨ ਸੋਨੀਪਤ ਦਾ ਰਹਿਣ ਵਾਲਾ 26 ਸਾਲਾ ਪ੍ਰਿਯਵਰਤ ਫੌਜੀ ਗ੍ਰਿਫਤਾਰ ਕੀਤਾ ਗਿਆ। ਦੂਜੇ ਪਾਸੇ ਕਸ਼ਿਸ਼ ਉਰਫ ਕੁਲਦੀਪ ਸਨ ਆਫ ਦਿਨੇਸ਼, ਇਹ ਝੱਜਰ ਦਾ ਰਹਿਣ ਵਾਲਾ ਹੈ, 24 ਸਾਲ ਦੀ ਇਹਦੀ ਉਮਰ ਦੱਸੀ ਜਾ ਰਹੀ ਹੈ। ਇਹ ਦੋਨੋਂ ਸ਼ੂਟਰ ਸੀ, ਜੀ ਹਾਂ, ਜਿਨ੍ਹਾਂ ਨੇ ਗੋਲੀਆਂ ਚਲਾਈਆਂ। ਇਸ ਤੋਂ ਇਲਾਵਾ ਤੀਜਾ ਸ਼ਖਸ ਜਿਹੜਾ ਇਹਨਾਂ ਦੇ ਨਾਲ ਹੀ ਗ੍ਰਿਫਤਾਰ ਹੋਇਆ ਹੈ, ਉਹਦਾ ਨਾਮ ਹੈ ਕੇਸ਼ਵ। ਕੇਸ਼ਵ ਗ੍ਰਿਫਤਾਰ ਕੀਤਾ ਗਿਆ ਹੈ। ਇਹ ਤਸਵੀਰਾਂ ਵੀ ਹੁਣ ਤੁਸੀਂ ਤੁਹਾਡੀ ਟੀਵੀ ਸਕਰੀਨ ਤੇ ਵੇਖ ਪਾ ਰਹੇ ਹੋ। ਜੀ ਹਾਂ, AK-47 ਰਾਈਫਲ, ਗ੍ਰਨੇਡ, ਅਸਲਾ ਕਿਹੜੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਕੋਲ ਮੌਜੂਦ ਸੀ, ਜਿਹੜਾ ਕਿ ਫੜ ਲਿਆ ਗਿਆ, ਵੇਖ ਪਾ ਰਹੇ ਹੋ। ਤੁਹਾਨੂੰ ਦੱਸ ਦਈਏ AK-47 ਰਾਈਫਲ ਦੇ ਉੱਪਰ ਹੀ ਗ੍ਰਨੇਡ ਲਾਂਚਰ ਲਾਇਆ ਜਾ ਸਕਦਾ ਹੈ, ਯਾਨੀ ਕਿ ਗ੍ਰਨੇਡ ਲਾਂਚਰ ਟੂ ਬੀ ਮਾਊਂਟਡ ਔਨ ਦ AK-47। ਇਹ ਦਿੱਲੀ ਪੁਲਿਸ ਦੀ ਪ੍ਰੈਸ ਕਾਨਫਰੰਸ ਦੌਰਾਨ ਦੱਸੀ ਗਈ ਹੈ ਗੱਲ। ਇਹ ਕੋਈ ਆਮ ਹਥਿਆਰ ਨਹੀਂ ਹੈ। ਜੀ ਹਾਂ, ਇੱਕ ਪਾਸੇ AK-47 ਰਾਈਫਲ ਹੀ ਨਹੀਂ, ਸਗੋਂ ਅਜਿਹੀ ਰਾਈਫਲ ਜਿਹਦੇ ਉੱਪਰ ਰੱਖ ਕੇ ਗ੍ਰਨੇਡ ਵੀ ਚਲਾਇਆ ਜਾ ਸਕਦਾ ਹੈ, ਉਹ ਰਾਈਫਲ ਦਾ ਇਸਤੇਮਾਲ ਕੀਤਾ ਗਿਆ। ਉਹ ਰਾਈਫਲ ਫੜ ਲਈ ਗਈ ਹੈ ਤੇ ਨਾਲ ਗ੍ਰਨੇਡ ਫੜੇ ਗਏ ਹੈ, ਨਾਲ ਪਿਸਤੌਲਾਂ ਫੜੀਆਂ ਗਈਆਂ ਤੇ ਨਾਲ ਹੀ 50 ਦੇ ਕਰੀਬ ਗੋਲੀਆਂ ਬਰਾਮਦ ਹੋਈਆਂ ਨੇ। ਇਹ ਅਸਲਾ ਤੁਸੀਂ ਵੇਖ ਪਾ ਰਹੇ ਹੋ। ਹਿਸਾਰ ਦੇ ਕਿਸੇ ਪਿੰਡ ਦੇ ਵਿੱਚ ਨਾਮ ਲਿੱਤਾ ਗਿਆ, ਹਿਸਾਰ ਦੇ ਕਿਸੇ ਪਿੰਡ ਦੇ ਵਿੱਚ ਲੁਕੋ ਕੇ ਰੱਖਿਆ ਗਿਆ ਸੀ ਤੇ ਜਿਹੜੇ ਮੁਲਜ਼ਮ ਹੈ ਉਹ ਗੁਜਰਾਤ ਦੇ ਕੱਛ ਤੋਂ ਫੜੇ ਗਏ ਨੇ। ਤੇ ਇਸ ਤੋਂ ਇਲਾਵਾ ਜਿਹੜਾ ਹਥਿਆਰ, ਜਿਹੜਾ ਅਸਲਾ ਬਰਾਮਦ ਹੋਇਆ, ਇਸ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨੀ ਵੱਡੀ ਤਿਆਰੀ ਸੀ। AK-47 ਰਾਈਫਲ ਦਾ ਵੀ ਇਸਤੇਮਾਲ ਹੋਇਆ ਹੈ ਹਮਲੇ ਦੇ ਵਿੱਚ। ਇਹ ਵੀ ਗੱਲ ਪੁਲਿਸ ਵੱਲੋਂ ਕਨਫਰਮ ਕਰ ਦਿੱਤੀ ਗਈ ਹੈ। ਸਿੱਧੂ ਮੂਸੇਵਾਲਾ ਦਾ ਕਤਲ ਕਰਨ ਦੇ ਲਈ ਮਲਟੀਪਲ ਰੇਕੀਜ਼ ਕੀਤੀਆਂ ਗਈਆਂ, ਯਾਨੀ ਕਿ ਇੱਕ ਤੋਂ ਬਾਅਦ ਇੱਕ ਕਈ ਵਾਰ ਰੇਕੀ ਕੀਤੀ ਗਈ। ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਵੱਲੋਂ ਕਿਸ ਢੰਗ ਦੇ ਨਾਲ ਇਹ ਗ੍ਰਿਫਤਾਰੀ ਕੀਤੀ ਗਈ। ਇਹਦੀ ਬਰੀਫਿੰਗ ਅੱਜ ਕਰ ਦਿੱਤੀ ਗਈ ਹੈ ਤੇ ਬਰੀਫਿੰਗ ਦੌਰਾਨ ਗੱਲ ਸਪਸ਼ਟ ਕਰ ਦਿੱਤੀ ਗਈ ਹੈ ਕਿ ਇੱਕ ਪੂਰਾ ਨੈਟਵਰਕ ਤਿਆਰ ਕੀਤਾ ਗਿਆ ਸੀ। ਗੋਲਡੀ ਬਰਾੜ ਕੈਨੇਡਾ ਦੇ ਵਿੱਚ ਬੈਠ ਕੇ ਇਹ 2 ਮੋਡਿਊਲ ਨੂੰ ਲਗਾਤਾਰ ਸੰਪਰਕ 'ਚ ਸੀ। ਇਹ ਦੋਵੇਂ ਮੋਡਿਊਲ ਤੇ ਇਹ ਦੋਵੇਂ ਮੋਡਿਊਲ ਜਿਹੜਾ ਕਿ ਇੱਕ ਕਰੋਲਾ ਗੱਡੀ 'ਚ ਸਵਾਰ ਸੀ, ਇੱਕ ਬਲੈਰੋ ਗੱਡੀ ਦੇ ਵਿੱਚ ਸਵਾਰ ਸੀ। ਕੁੱਲ 6 ਸ਼ੂਟਰ ਸੀ। ਇਹਨਾਂ ਦੇ ਕੋਲ ਭਾਰੀ ਗਿਣਤੀ ਦੇ ਵਿੱਚ ਅਸਲਾ ਸੀ। ਪ੍ਰਿਯਵਰਤ ਫੌਜੀ, ਕਸ਼ਿਸ਼ ਅਤੇ ਕੇਸ਼ਵ ਦੀ ਗ੍ਰਿਫਤਾਰੀ ਕੀਤੀ ਹੈ। ਪ੍ਰਿਯਵਰਤ ਫੌਜੀ ਅਤੇ ਕਸ਼ਿਸ਼ ਸ਼ੂਟਰ ਸੀ, ਜਦਕਿ ਕੇਸ਼ਵ ਨੇ ਲਿਜਾਣ ਦੇ ਵਿੱਚ ਮਦਦ ਕੀਤੀ। ਇਹ ਜਿਹੜੀ ਬੰਦੂਕ ਤੁਸੀਂ ਵੇਖ ਪਾ ਰਹੇ ਹੋ, AK-47 ਦੇ ਉੱਪਰ ਹੀ ਗ੍ਰਨੇਡ ਲਾਂਚਰ ਲਾ ਕੇ ਉਸ ਦੇ ਰਾਹੀਂ ਗ੍ਰਨੇਡ ਵੀ ਫਾਇਰ ਕੀਤਾ ਜਾ ਸਕਦਾ ਸੀ। ਇਹ ਅਜਿਹੀ ਰਾਈਫਲ ਸੀ, ਯਾਨੀ ਕਿ ਅਲਟਰਾ ਮਾਡਰਨ ਵੈਪਨ ਦਾ ਇਸਤੇਮਾਲ ਇਸ ਦੌਰਾਨ ਕੀਤਾ ਗਿਆ। ਹਾਲਾਂਕਿ ਗ੍ਰਨੇਡ ਨਹੀਂ ਚਲਾਇਆ ਗਿਆ, ਪਰ ਜੇਕਰ ਲੋੜ ਪੈਂਦੀ ਤਾਂ ਹਮਲਾਵਰ AK-47 ਦਾ ਇਸਤੇਮਾਲ ਕਰਕੇ ਗ੍ਰਨੇਡ ਵੀ ਫਾਇਰ ਕਰ ਸਕਦੇ ਸੀ। ਇਹ ਅਸਲਾ ਇਹਨਾਂ ਦੇ ਕੋਲ ਮੌਜੂਦ ਸੀ। ਤਿਆਰੀ ਤੁਸੀਂ ਸਮਝ ਪਾ ਰਹੇ ਹੋਵੋਗੇ ਕਿ ਕਿੰਨੀ ਵੱਡੀ ਤਿਆਰੀ ਦੇ ਨਾਲ ਆਏ ਸੀ ਤੇ ਆਖਰਕਾਰ ਹੁਣ ਦੱਸਿਆ ਜਾ ਰਿਹਾ ਕਿ ਮੇਜਰ ਬ੍ਰੇਕ ਥਰੂ, ਅੱਜ ਵੱਡੀ ਗ੍ਰਿਫਤਾਰੀ ਹੋਈ ਹੈ। ਇਸ ਮਾਮਲੇ ਦੇ ਵਿੱਚ 2 ਸ਼ੂਟਰ ਗ੍ਰਿਫਤਾਰ ਕਰ ਲਏ ਗਏ ਨੇ। ਇਹ ਤਸਵੀਰ ਤੁਸੀਂ ਵੇਖ ਪਾ ਰਹੇ ਹੋ। ਗ੍ਰਨੇਡ ਲਾਂਚਰ AK-47 ਰਾਈਫਲ ਦੇ ਨਾਲ ਅਟੈਚ ਕੀਤਾ ਜਾ ਸਕਦਾ ਹੈ ਕਿ ਫਿਰ ਜਿਹੜੇ ਗ੍ਰਨੇਡ ਨਾਲ ਤੁਸੀਂ ਵੇਖ ਪਾ ਰਹੇ ਹੋ AK-47 ਰਾਈਫਲ ਦੇ ਨਾਲ ਹੀ ਇਹ ਗ੍ਰਨੇਡ ਫਾਇਰ ਕੀਤੇ ਜਾ ਸਕਦੇ ਨੇ। ਯਾਨੀ ਕਿ ਐਡੇ ਜ਼ਿਆਦਾ ਅਲਟਰਾ ਮਾਡਰਨ ਵੈਪਨਸ ਦੇ ਨਾਲ ਲੈਸ ਹੋ ਕੇ ਇਹ ਹਮਲਾਵਰ ਇੱਥੇ ਪਹੁੰਚੇ ਸੀ। ਹੁਣ ਵੇਖਣਾ ਹੋਵੇਗਾ ਕਿ ਬਾਕੀ ਦੇ 4 ਸ਼ੂਟਰ ਕਦੋਂ ਫੜੇ ਜਾਂਦੇ ਨੇ। ਪਰ ਤੁਹਾਨੂੰ ਦੱਸ ਦਈਏ ਇਸ ਮਾਮਲੇ ਦੇ ਵਿੱਚ ਕਈ ਗ੍ਰਿਫਤਾਰੀਆਂ ਹੁਣ ਤੱਕ ਹੋ ਚੁੱਕੀਆਂ ਨੇ। ਉਹਨਾਂ ਦੇ ਵਿੱਚ तमाम ਉਹ ਲੋਕ ਜਿਹੜੇ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਹਿੱਸਾ ਨੇ, ਜਾਂ ਫਿਰ ਉਹ ਲੋਕ ਜਿਨ੍ਹਾਂ ਨੇ ਰੇਕੀ ਕੀਤੀ, ਉਹ ਲੋਕ ਜਿਨ੍ਹਾਂ ਨੇ ਗੱਡੀਆਂ ਪ੍ਰੋਵਾਈਡ ਕਰਵਾਈਆਂ, ਉਹ ਲੋਕ ਜਿਨ੍ਹਾਂ ਨੇ ਸ਼ੈਲਟਰ ਦਿੱਤਾ, ਰਹਿਣ ਦੀ ਵਿਵਸਥਾ ਕੀਤੀ, ਉਹ ਲੋਕ ਵੀ ਸ਼ਾਮਲ ਨੇ। ਪਰ ਅੱਜ ਇਹ ਹੋਈਆਂ 2 ਗ੍ਰਿਫਤਾਰੀਆਂ
ਸਭ ਤੋਂ ਵੱਡੀਆਂ ਗ੍ਰਿਫਤਾਰੀਆਂ ਨੇ। ਪ੍ਰਿਯਵਰਤ ਫੌਜੀ ਫੜਿਆ ਗਿਆ ਤੇ ਨਾਲ ਹੀ ਕਸ਼ਿਸ਼ ਉਰਫ ਕੁਲਦੀਪ ਫੜਿਆ ਗਿਆ ਤੇ ਇਹ ਹੈ ਉਹ ਏਕੇ ਮਾਡਲ ਦੀ ਰਾਈਫਲ ਜਿਸ ਦੇ ਉੱਪਰ ਗ੍ਰਨੇਡ ਲਾਂਚਰ ਫਿੱਟ ਕਰਕੇ ਗ੍ਰਨੇਡ ਚਲਾਇਆ ਜਾ ਸਕਦਾ ਹੈ। ਜੀ ਹਾਂ, ਇਹ ਗਨ ਤੁਸੀਂ ਆਪਣੇ ਆਪ ਦੇ ਵਿੱਚ ਸ਼ਾਇਦ ਪਹਿਲੀ ਵਾਰ ਵੇਖੀ ਹੋਣੀ ਹੈ। ਪੰਜਾਬ ਦੇ ਵਿੱਚ ਜਿਸ ਦਾ ਇਸਤੇਮਾਲ ਹੋਇਆ। ਦਿੱਲੀ ਪੁਲਿਸ ਵੱਲੋਂ ਜਦ ਹੁਣ ਸ਼ੂਟਰ ਗ੍ਰਿਫਤਾਰ ਕੀਤੇ ਗਏ ਨੇ ਤਾਂ ਹਿਸਾਰ ਦੇ ਕਿਸੇ ਪਿੰਡ ਦੇ ਵਿੱਚ ਅਸਲਾ ਲੁਕੋ ਕੇ ਰੱਖਿਆ ਗਿਆ ਸੀ। ਪ੍ਰਿਯਵਰਤ ਫੌਜੀ ਦੇ ਵੱਲੋਂ ਦਿੱਤੀ ਗਈ ਸੂਹ ਦੇ ਆਧਾਰ ਦੇ ਉੱਪਰ ਅਸਲਾ ਬਰਾਮਦ ਕਰ ਲਿਆ ਗਿਆ। ਇਹੋ ਹੀ ਅਸਲਾ ਹੈ ਜਿਹੜਾ ਕਿ ਕਰੋਲਾ ਅਤੇ ਬਲੈਰੋ ਦੇ ਵਿੱਚ ਮੌਜੂਦ ਸੀ ਉਸ ਵੇਲੇ ਜਦੋਂ ਹਮਲਾ ਕੀਤਾ ਗਿਆ ਸਿੱਧੂ ਮੂਸੇਵਾਲਾ ਦੇ ਉੱਪਰ। AK-47 ਰਾਈਫਲ ਦੇ ਉੱਪਰ ਹੀ ਗ੍ਰਨੇਡ ਲਾਂਚਰ ਫਿੱਟ ਕਰਕੇ ਇਹ ਗ੍ਰਨੇਡ ਚਲਾਇਆ ਜਾ ਸਕਦਾ ਹੈ। ਵੱਡੀ ਗ੍ਰਿਫਤਾਰੀ ਹੀ ਨਹੀਂ ਸਗੋਂ ਵੱਡੇ ਪੱਧਰ ਤੇ ਇਹ ਜਿਹੜਾ ਅਸਲਾ ਬਰਾਮਦ ਹੋਇਆ ਹੈ ਆਪਣੇ ਆਪ ਦੇ ਵਿੱਚ ਬੜੀਆਂ ਚੀਜ਼ਾਂ ਬਿਆਨ ਕਰ ਰਿਹਾ ਹੈ ਕਿ ਕਿਸ ਢੰਗ ਦੇ ਹਥਿਆਰ ਪੰਜਾਬ ਦੇ ਵਿੱਚ ਆ ਰਹੇ ਨੇ, ਕਿਸ ਢੰਗ ਦੇ ਹਥਿਆਰ ਵਰਤੇ ਗਏ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ। ਡੈਟੋਨੇਟਰ ਬਰਾਮਦ ਹੋਏ ਨੇ, ਐਕਸਪਲੋਸਿਵ ਬਰਾਮਦ ਹੋਏ ਨੇ, ਤਾਰਾਂ ਜਿਹੜੀਆਂ ਤੁਸੀਂ ਵੇਖ ਪਾ ਰਹੇ ਹੋ ਇਸ ਦੇ ਨਾਲ ਬਰੂਦ ਅਟੈਚ ਕਰਕੇ ਧਮਾਕਾ ਕੀਤਾ ਜਾ ਸਕਦਾ ਹੈ ਤੇ ਇਹ ਹੈ ਉਹ ਗ੍ਰਨੇਡ ਲਾਂਚਰ ਜਿਹੜਾ ਕਿ AK-47 ਰਾਈਫਲ ਦੇ ਉੱਪਰ ਮਾਊਂਟ ਕੀਤਾ ਜਾ ਸਕਦਾ ਹੈ, ਫਿੱਟ ਕੀਤਾ ਜਾ ਸਕਦਾ ਹੈ ਤੇ ਇਹ ਹੈ ਉਹ ਪਿਸਤੌਲ ਜਿਹੜੀ ਕਿ ਇਸਤੇਮਾਲ ਕੀਤੀ ਗਈ ਦੱਸੀ ਜਾ ਰਹੀ ਹੈ ਹਮਲੇ ਦੇ ਵਿੱਚ। 8 ਗ੍ਰਨੇਡ ਇਸ ਵੇਲੇ ਤੁਸੀਂ ਵੇਖ ਪਾ ਰਹੇ ਹੋ ਜਿਹੜੇ ਕਿ ਵਿਖਾਏ ਗਏ ਨੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਵੱਲੋਂ। ਇਹ ਹੈ ਗ੍ਰਨੇਡ ਲਾਂਚਰ ਜਿਹੜਾ ਕਿ AK-47 ਰਾਈਫਲ ਦੇ ਉੱਪਰ ਫਿੱਟ ਕੀਤਾ ਜਾ ਸਕਦਾ ਹੈ। ਇਹ ਹੈ ਉਹ ਪਿਸਤੌਲ ਤੇ ਨਾਲ ਹੀ ਅਸਲਾ ਵੀ ਵਿਖਾਈ ਦੇ ਰਿਹਾ। ਤੁਹਾਨੂੰ ਦੱਸ ਦਈਏ ਪ੍ਰਿਯਵਰਤ ਫੌਜੀ ਦੀ ਗ੍ਰਿਫਤਾਰੀ ਸਭ ਤੋਂ ਵੱਡੀ ਗ੍ਰਿਫਤਾਰੀ ਪ੍ਰਿਯਵਰਤ ਫੌਜੀ ਦੀ ਅਤੇ ਕਸ਼ਿਸ਼ ਦੀ। ਇਹ ਦੋ ਹਮਲਾਵਰਾਂ ਦੀ ਗ੍ਰਿਫਤਾਰੀ ਦੇ ਨਾਲ ਹੀ ਇਹ ਕਈ ਕੜੀਆਂ ਹੁਣ ਸੁਲਝਣੀਆਂ ਸ਼ੁਰੂ ਹੋ ਗਈਆਂ ਨੇ। ਤਾਂ ਕਿਵੇਂ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ? ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਸਨ ਇਹ ਦੋਵੇਂ ਮੋਡਿਊਲ। ਜੀ ਹਾਂ, ਦੋ ਗਰੁੱਪ ਤਿਆਰ ਕੀਤੇ ਗਏ ਸੀ। ਇੱਕ ਗਰੁੱਪ ਬਲੈਰੋ ਗੱਡੀ 'ਚ ਸੀ, ਦੂਜਾ ਗਰੁੱਪ ਕਰੋਲਾ ਗੱਡੀ 'ਚ ਸੀ। ਬਲੈਰੋ ਕਾਰ ਦੇ ਵਿੱਚ 4 ਸ਼ੂਟਰ, ਕਰੋਲਾ 'ਚ 2 ਸ਼ੂਟਰ। ਬਲੈਰੋ ਕਾਰ ਨੂੰ ਕਸ਼ਿਸ਼ ਉਰਫ ਕੁਲਦੀਪ ਡਰਾਈਵ ਕਰ ਰਿਹਾ ਸੀ। ਬਲੈਰੋ ਦੇ ਵਿੱਚ ਪ੍ਰਿਯਵਰਤ ਫੌਜੀ, ਅੰਕਿਤ ਸਿਰਸਾ ਅਤੇ ਦੀਪਕ ਸਵਾਰ ਸਨ। ਕਰੋਲਾ ਕਾਰ ਨੂੰ ਜਗਰੂਪ ਰੂਪਾ ਡਰਾਈਵ ਕਰ ਰਿਹਾ ਸੀ। ਜਗਰੂਪ ਦੇ ਨਾਲ ਮਨਪ੍ਰੀਤ ਮੰਨੂ ਕਰੋਲਾ ਕਾਰ ਦੇ ਵਿੱਚ ਸਵਾਰ ਸੀ। ਮਨਪ੍ਰੀਤ ਮੰਨੂ ਵੱਲੋਂ ਹੀ AK-47 ਦੇ ਰਾਹੀਂ ਪਹਿਲੀ ਫਾਇਰ ਕੀਤੀ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਸ਼ੂਟਰਸ ਨੇ ਗੋਲਡੀ ਬਰਾੜ ਨੂੰ ਸੰਪਰਕ ਕੀਤਾ। ਮੂਸੇਵਾਲਾ ਦੇ ਬਿਨਾਂ ਸੁਰੱਖਿਆ ਦੇ ਘਰੋਂ ਨਿਕਲਣ ਦੀ ਜਾਣਕਾਰੀ ਜਿਹੜੀ ਕਿ ਕੇਕੜਾ ਨੇ ਦਿੱਤੀ ਸੀ ਉਹ ਇਹਨਾਂ ਸ਼ੂਟਰਸ ਨੂੰ ਮਿਲ ਚੁੱਕੀ ਸੀ। ਕਰੋਲਾ ਕਾਰ ਨੇ ਮੂਸੇਵਾਲਾ ਨੂੰ ਓਵਰਟੇਕ ਕੀਤਾ। ਸਭ ਤੋਂ ਪਹਿਲਾਂ ਮਨਪ੍ਰੀਤ ਮੰਨੂ ਨੇ AK-47 ਦੇ ਨਾਲ ਮੂਸੇਵਾਲਾ ਦੇ ਉੱਪਰ ਗੋਲੀਆਂ ਚਲਾਈਆਂ। ਗੱਡੀ ਦਾ ਟਾਇਰ ਪੈਂਚਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਬਾਕੀ ਸ਼ੂਟਰ ਗੱਡੀ ਤੋਂ ਨਿਕਲਦੇ ਨੇ ਤੇ ਵੱਖ-ਵੱਖ ਹਥਿਆਰਾਂ ਦੇ ਨਾਲ ਕਈ ਰੌਂਦ ਗੋਲੀਆਂ ਚਲਾਈਆਂ ਗਈਆਂ ਸਿੱਧੂ ਮੂਸੇਵਾਲਾ ਦੀ ਗੱਡੀ ਦੇ ਉੱਪਰ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਨੇ। ਆਪਣੀ ਗੱਡੀ 'ਚ ਬੈਠ ਕੇ ਸ਼ੂਟਰ ਫਰਾਰ ਹੋਏ ਸੀ ਦੱਸਿਆ ਜਾ ਰਿਹਾ। ਉਸ ਤੋਂ ਬਾਅਦ ਗੱਡੀ ਖਰਾਬ ਹੋਣ ਮਗਰੋਂ ਗਨ ਪੁਆਇੰਟ ਦੇ ਉੱਪਰ ਦੂਜੀ ਗੱਡੀ ਲੁੱਟੀ ਗਈ ਸੀ। ਕਤਲ ਕਰਨ ਮਗਰੋਂ ਸ਼ੂਟਰਾਂ ਨੇ ਗੋਲਡੀ ਬਰਾੜ ਨੂੰ ਮੁੜ ਤੋਂ ਫੋਨ ਵੀ ਕੀਤਾ ਸੂਚਨਾ ਦੇਣ ਦੇ ਲਈ ਕਿ ਕੰਮ ਹੋ ਗਿਆ। ਸਾਰੇ ਸ਼ੂਟਰਾਂ ਨੇ ਟਾਸਕ ਪੂਰਾ ਕਰਨ ਦੀ ਗੋਲਡੀ ਬਰਾੜ ਨੂੰ ਜਾਣਕਾਰੀ ਪ੍ਰੋਵਾਈਡ ਕਰਵਾ ਦਿੱਤੀ ਸੀ। ਫੋਨ ਕਾਲ ਕੀਤੀ ਗਈ। ਸਾਰੇ ਸ਼ੂਟਰਸ ਨੇ ਗੋਲਡੀ ਬਰਾੜ ਨੂੰ ਇਹ ਜਾਣਕਾਰੀ ਦਿੱਤੀ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ। ਘਟਨਾ ਵੇਲੇ ਗੱਡੀ ਦੇ ਵਿੱਚ ਸ਼ੂਟਰਸ ਨੇ ਬੈਕਅਪ ਦੇ ਲਈ ਗ੍ਰਨੇਡ ਤੱਕ ਰੱਖੇ ਹੋਏ ਸੀ। ਗ੍ਰਨੇਡ ਦਾਗਣ ਦੇ ਲਈ AK-47 ਰਾਈਫਲ ਦੇ ਉੱਪਰ ਫਿੱਟ ਕਰਨ ਦੇ ਲਈ ਗ੍ਰਨੇਡ ਲਾਂਚਰ ਵੀ ਮੌਜੂਦ ਸੀ। ਘਟਨਾ ਤੋਂ ਬਾਅਦ ਕੇਸ਼ਵ ਨੇ ਬਲੈਰੋ ਸਵਾਰ ਸ਼ੂਟਰਾਂ ਨੂੰ ਭੱਜਣ ਦੇ ਵਿੱਚ ਮਦਦ ਕੀਤੀ। ਕੇਸ਼ਵ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੂਸੇਵਾਲਾ ਦੇ ਕਤਲ ਨੂੰ 2 ਗਰੁੱਪਾਂ ਵੱਲੋਂ ਅੰਜਾਮ ਦਿੱਤਾ ਗਿਆ। 2 ਮੋਡਿਊਲ ਤਿਆਰ ਕੀਤੇ ਗਏ ਸੀ ਤੇ ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਲਗਾਤਾਰ ਹੈ ਦੋਵੇਂ ਮੋਡਿਊਲ ਉਸ ਵੇਲੇ ਸੀ ਜਿਸ ਵੇਲੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤੇ ਮੂਸੇਵਾਲਾ ਦੇ ਕਤਲ ਦੀ ਪੂਰੀ ਕਹਾਣੀ ਪੁਲਿਸ ਨੇ ਅੱਜ ਮੀਡੀਆ ਦੇ ਸਾਹਮਣੇ ਲਿਆ ਖੜੀ ਕੀਤੀ। ਜੀ ਹਾਂ, ਜਿਹੜੀਆਂ ਦੁਚਿੱਤੀਆਂ ਸੀ, ਜਿਹੜੀਆਂ ਕਨਫਿਊਜ਼ਨ ਸੀ, ਕੌਣ ਸ਼ੂਟਰ ਸੀ ਕੌਣ ਨਹੀਂ ਸੀ, ਇਹ ਸਾਰੀਆਂ ਗੱਲਾਂ ਅੱਜ ਪੁਲਿਸ ਨੇ ਰੱਖ ਦਿੱਤੀਆਂ। ਅੱਜ ਦੀ ਇਹ ਪ੍ਰੈਸ ਕਾਨਫਰੰਸ ਕਾਫੀ ਡਿਟੇਲ ਦੇ ਵਿੱਚ ਆਈ ਤੇ ਕਾਫੀ ਡਿਟੇਲ ਦੇ ਵਿੱਚ तमाम ਉਹ ਨਾਮ ਰੱਖੇ ਗਏ ਕਿ ਸ਼ੂਟਰ ਕੌਣ ਸੀ। ਇੱਕ ਵਾਰ ਮੁੜ ਤੋਂ ਤੁਹਾਨੂੰ ਦੱਸ ਦਈਏ, ਕਸ਼ਿਸ਼ ਉਰਫ ਕੁਲਦੀਪ ਅਤੇ ਪ੍ਰਿਯਵਰਤ ਉਰਫ ਫੌਜੀ ਇਹ 2 ਸ਼ੂਟਰ ਗ੍ਰਿਫਤਾਰ ਕੀਤੇ ਗਏ ਨੇ। ਮੁੱਖ ਤੌਰ ਦੇ ਉੱਪਰ ਹੁਣ ਤੱਕ ਜਿੰਨੀਆਂ ਵੀ ਗ੍ਰਿਫਤਾਰੀਆਂ ਹੋਈਆਂ, ਭਾਵੇਂ ਉਹ ਮੁੰਬਈ ਪੁਲਿਸ ਵੱਲੋਂ ਕੀਤੀਆਂ ਗਈਆਂ, ਭਾਵੇਂ ਉਹ ਦਿੱਲੀ ਪੁਲਿਸ ਵੱਲੋਂ ਕੀਤੀਆਂ ਗਈਆਂ, ਭਾਵੇਂ ਉਹ ਪੰਜਾਬ ਪੁਲਿਸ ਵੱਲੋਂ ਕੀਤੀਆਂ ਗਈਆਂ, ਮੁੱਖ ਤੌਰ ਦੇ ਉੱਪਰ ਜਿਹੜੀਆਂ ਗ੍ਰਿਫਤਾਰੀਆਂ ਸ਼ੂਟਰਸ ਦੀਆਂ ਹੋਈਆਂ ਨੇ ਇਹ 2 ਸ਼ੂਟਰ ਹੀ ਹਾਲੇ ਤੱਕ ਫੜੇ ਗਏ ਨੇ। ਪਰ ਇਹ ਬੇहद ਵੱਡੀ ਸਫਲਤਾ ਸਮਝੀ ਜਾ ਸਕਦੀ ਹੈ ਪੁਲਿਸ ਦੀ
कि 2 ਸ਼ੂਟਰਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪ੍ਰਿਯਵਰਤ ਫੌਜੀ ਫੜਿਆ ਗਿਆ ਤੇ ਕਸ਼ਿਸ਼ ਉਰਫ ਕੁਲਦੀਪ ਫੜਿਆ ਗਿਆ। ਇਹ 2 ਸ਼ੂਟਰਸ ਦੀ ਨਿਸ਼ਾਨਦੇਹੀ ਦੇ ਉੱਪਰ ਹੀ ਉਹ तमाम ਅਸਲਾ ਵੀ ਫੜਿਆ ਗਿਆ ਜਿਹੜਾ ਕਿ ਬੈਕਅਪ ਦੇ ਲਈ ਤਿਆਰ ਕੀਤਾ ਗਿਆ ਸੀ। ਹਿਸਾਰ ਦੇ ਕਿਸੇ ਪਿੰਡ ਦੇ ਵਿੱਚ ਲੁਕੋ ਕੇ ਰੱਖਿਆ ਗਿਆ ਸੀ ਅਸਲਾ, ਜਿਹਦੇ ਵਿੱਚ ਗ੍ਰਨੇਡ, ਡੈਟੋਨੇਟਰ, AK-47, ਪਿਸਤੌਲਾਂ, कारतूस ਤੇ AK-47 ਦੇ ਉੱਪਰ ਫਿੱਟ ਕਰਨ ਵਾਲਾ ਗ੍ਰਨੇਡ ਲਾਂਚਰ ਤੇ ਨਾਲ ਹੀ ਗ੍ਰਨੇਡ ਸਮਝਿਆ ਜਾ ਸਕਦਾ ਹੈ ਕਿ ਇਹ ਕਿੱਡਾ ਵੱਡਾ ਅਤੇ ਖਤਰਨਾਕ ਪਲਾਨ ਤਿਆਰ ਕੀਤਾ ਗਿਆ ਸੀ। ਹਾਲਾਂਕਿ ਤੁਹਾਨੂੰ ਦੱਸ ਦਈਏ AK-47 ਰਾਈਫਲ ਦੇ ਨਾਲ ਗੋਲੀਆਂ ਫਾਇਰ ਕੀਤੀਆਂ ਗਈਆਂ। ਪਹਿਲੀ ਵਾਰ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਬੂਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਇਸ ਗੱਲ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਕਈ ਵਾਰ ਸਵਾਲ ਪਹਿਲਾਂ ਵੀ ਕੀਤਾ ਗਿਆ ਪੁਲਿਸ ਦੇ ਕੋਲੋਂ। ਤੁਹਾਨੂੰ ਯਾਦ ਹੋਵੇਗਾ ਮੀਡੀਆ ਲਗਾਤਾਰ ਪੁੱਛ ਰਹੀ ਸੀ ਕਿ ਰਸ਼ੀਆ ਦਾ AN-94 ਇਸਤੇਮਾਲ ਕੀਤਾ ਗਿਆ क्या AK-47 इस्तेमाल की गई क्या, पर पुलिस खुल के कुछ भी नहीं सी दस रही। हुण गल कन्फर्म हो गई है AK-47 का इस्तेमाल होया। जी हाँ, AK-47 वो राइफल जिस दे नाल इक्को वारी दे विच कई रौंद फायर किए जा सकते हैं। खतरनाक राइफल जिहड़ी कि आर्मी यूज करती है या फिर स्पैशल ऑपरेशन दे विच पुलिस इस्तेमाल करती है। वो AK-47 इन्हां हमलावरां दे कोल मौजूद सी। AK राइफल दे नाल गरनेड लॉन्चर फड़िया गया। गरनेड लॉन्चर फड़िया गया। वो गरनेड लॉन्चर जिहड़ा कि AK-47 दे उपर ही फिट किया जा सकता है ते ऐसे लॉन्चर दे नाल गरनेड फायर किया जा सकता है। मुख तौर के उपर अज जड़ियां 2 गिरफ्तारियां हुई ने, कुल तां 3 गिरफ्तारियां दस रही है पुलिस, पर इन्हां विचों केशव जिहड़ा वो फैसिलिटेटर सी। उसने गड्डी दे विच फतेहाबाद लिजाण दे विच मदद की इन्हां शूटरां दी। जदों सिद्धू मूसेवाला दे उपर हमला करके वापस परत रहे सी यह हमलावर, उस तो बाद केशव वालों इन्हां दी मदद की गई। पर जिहड़े शूटर सी प्रियव्रत फौजी अते कशिश उर्फ कुलदीप उन्हां नूं पुलिस ने अज गिरफ्तार कर लिया। इस दे नाल ही तुहानूं दस दईए हुण किहड़े शूटर ने जिहड़े कि फड़े जाने बाकी ने। इन्हां शूटर दे भी नाम निकल के सामने आए ने, वो भी तुहानूं दसदे हां। हुण जिहड़े शूटर बाकी रह गए ने उन्हां दे विच मनप्रीत मन्नू नूं हले गिरफ्तार करना बाकी है। इस दे नाल ही दस दईए कि मनप्रीत मन्नू दे नाल जिहड़े होर 3 शूटर सी उन्हां नूं गिरफ्तार करना बाकी है। फिलहाल साडे नाल साडे सहयोगी हरप्रीत बंदेशा एक बार मुड़ तो जोड़ रहे हैं, सीधा रुख करते हैं हरप्रीत बंदेशा दा। हरप्रीत, अज तस्वीरां जिहड़ियां निकल के सामने आईयां ने वाकई च चौंकाण वालियां ने। गरनेड लॉन्चर, AK-47, डेटोनेटर, यह कोई हमला करन दे लई आए सी जां फिर कोई जंग लड़न दे लई आए सी? एड्डी भारी गिणती दे विच असले दा फड़िया जाना वाकई च समझा जा सकता है कि बड़ा वैल प्लैंड अटैक सी ते नाल ही किस ढंग दे नाल तैयारी की गई सी हमलावरां वल्लों। देखो अमित, सिद्धू मूसेवाले दे कतल दा मामला ते है ही, ते दूसरे पासे पंजाब दी सुरक्षा एजेंसियां ते वड्डे सवाल खड़े करदा, पंजाब पुलिस ते वड्डे सवाल खड़े करदा, पंजाब दी इंटैलीजेंस ते वड्डे सवाल खड़े करदा। एड्डी वड्डी गिणती दे विच जेकर इन्हां लोकां कोल असला उस दौरान मौजूद सी जिस तरीके इन्होंने हत्याकांड को अंजाम दिता, तो अंदाजा लगाया जा सकता है कि इन्होंने जिहड़े लोग अजे भी बाहर ने, जिहड़े लोग अजे आजाद घूम रहे हैं, उन्होंने लोगों किस तरीके उन्होंने लोगों के कोल असला मौजूद रहा होएगा। अजे तक जो जानकारी मिली है, जिहड़ा प्रियव्रत और फौजी, पिता का नाम है जय भगवान, एक गढ़ी सिसाना सोनीपत का रहने वाला है, 26 साल इसकी उम्र है। इनू मॉड्यूल हैड दस्या जा रहा है कि ये इस पूरे ऑपरेशन जिहड़ा हत्याकांड को अंजाम दिता गया उसनू ये हैड कर रहा सी ते ये डायरैक्ट टच सी गोल्डी बराड़ दे जदों इस हत्याकांड नू अंजाम दिता गया। दूसरे पासे कशिश ना है उर्फ कुलदीप, इसके पिता का नाम है दिनेश, ये रैंड नंबर वाला है, वार्ड नंबर 11, सज्जन पाना विलेज बेरी, पिंड बेरी, डिस्ट्रिक्ट झज्जर, हरियाणे का। 24 साल की उम्र है। यह भी एक फुटेज जी पेट्रोल पंप तो आई थी उस देखा जा सकता सी। ऑलरेडी 2021 दे विच एक कतल होया जर्दे उस केस दे विच वांटेड है। तीसरा है केशव कुमार, इसके पिता का नाम है स्वर्गीय लालचंद, ये रहने वाला है बठिंडे का, आवा बस्ती बठिंडे का, उत्थों का रहने वाला 29 साल। ये बंदा फैसिलिटेटर दस्या जा रहा है, यानी कि इन्हें चीज़ां मुहैया करवाइया जिहड़ी उन्हां नूं चाहीदी सी।
ਤੁਸੀਂ ਪੂਰੀ ਜੇਕਰ ਕ੍ਰੋਨੋਲੋਜੀ ਨੂੰ ਦੇਖੋ ਤੇ ਕਿਸ ਤਰੀਕੇ ਨਾਲ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸੰਦੀਪ ਕੇਕੜਾ ਜਿਹੜਾ ਫੜਿਆ ਗਿਆ ਸੀ ਉਹ ਕਿਵੇਂ ਰੇਕੀ ਕਰ ਰਿਹਾ ਸੀ, ਕਿਸ ਤਰੀਕੇ ਨਾਲ ਉਹਨੇ ਰੇਕੀ ਕੀਤੀ, ਤੇ ਇਹ ਰੇਕੀ ਮਹਿਜ ਇੱਕ ਦਿਨ ਨਹੀਂ ਹੋਈ ਹੋਏਗੀ। ਜ਼ਾਹਿਰ ਤੌਰ ਤੇ ਇਹ ਲੋਕ ਬਹੁਤ ਲੰਬੇ ਟਾਈਮ ਤੋਂ ਪਲੈਨਿੰਗ ਕਰ ਰਹੇ ਹੋਣਗੇ। ਜਦੋਂ ਕੇਕੜੇ ਨੇ ਦੱਸਿਆ ਇਹਨਾਂ ਨੂੰ ਕਿ ਅੱਜ ਬਿਨਾਂ ਸਿਕਿਉਰਿਟੀ ਤੋਂ, ਬਿਨਾਂ ਬੁਲਟ ਪ੍ਰੂਫ ਗੱਡੀ ਤੋਂ ਮੂਸੇਵਾਲਾ ਬਾਹਰ ਨਿਕਲਿਆ, ਉਸ ਤੋਂ ਬਾਅਦ ਇਹਨਾਂ ਨੇ ਇਸ ਹੱਤਿਆਕਾਂਡ ਨੂੰ ਅੰਜਾਮ ਦਿੱਤਾ। ਦੂਸਰੀ ਅਹਿਮ ਚੀਜ਼ ਜਿਹੜੀ ਤੁਸੀਂ ਕਹੀ ਕਿ ਹਥਿਆਰ ਤੇ ਅਸਲੇ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਤੁਸੀਂ ਅੰਦਾਜ਼ਾ ਲਗਾਓ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਅਸਲਾ ਇਹਨਾਂ ਦੇ ਕੋਲ ਆਇਆ ਕਿੱਥੋਂ, ਕਿੰਨੇ ਮੁਹੱਈਆ ਕਰਾਇਆ, ਕੌਣ ਉਹ ਲੋਕ ਨੇ ਜਿਹੜੇ ਪੰਜਾਬ 'ਚ ਇਸ ਤਰੀਕੇ ਦਾ ਅਸਲਾ ਇਹਨਾਂ ਲੋਕਾਂ ਨੂੰ ਮੁਹੱਈਆ ਕਰਾ ਰਹੇ ਨੇ। ਆਪਣੇ ਆਪ 'ਚ ਹੀ ਬੜੇ ਵੱਡੇ ਸਵਾਲ ਨੇ। ਗੱਡੀਆਂ ਫੜੀਆਂ ਗਈਆਂ, ਗੱਡੀਆਂ ਦੇ ਨੰਬਰ ਦੱਸੇ ਜਾਂਦੇ ਨੇ ਫਰਜ਼ੀ ਨੇ, ਉਹਨਾਂ ਦੀ ਅਜੇ ਤਫਤੀਸ਼ ਚੱਲ ਰਹੀ ਹੈ। ਦੇਖੋ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਲਗਾਤਾਰ ਲੱਗਾ ਹੋਇਆ ਹੈ। ਹੁਣ ਜਿਹੜੇ ਲੋਕ ਫੜੇ ਗਏ ਨੇ ਇਹਨਾਂ ਕੋਲ ਇੰਟਰੋਗੇਟ ਕੀਤਾ ਜਾਏਗਾ, ਇਹਨਾਂ ਕੋਲ ਪੁੱਛ ਕੇ ਸਾਰਾ ਉਸ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਆਖਿਰ ਇਸ ਪੂਰੇ ਹੱਤਿਆਕਾਂਡ ਦੀ ਵਜ੍ਹਾ ਕੀ ਸੀ, ਮੂਸੇਵਾਲੇ ਨੂੰ ਆਖਰ ਮਾਰਿਆ ਕਿਉਂ ਗਿਆ, ਮੂਸੇਵਾਲੇ ਨੂੰ ਕਤਲ ਕਰਾਉਣ ਦੇ ਪਿੱਛੇ ਮੋਟਿਵ ਕੀ ਸੀ, ਇਹ ਮੋਡਸ ਆਪਰੈਂਡੀ ਜਿਹੜੀ ਇਹਨਾਂ ਨੇ ਅਪਣਾਈ ਇਸ ਪੂਰੇ ਕਤਲ ਦੇ ਵਿੱਚ ਉਹ ਕਿਸ ਤਰੀਕੇ ਦੀ ਸੀ, ਕਿਵੇਂ ਇਹ ਲੋਕ ਇਕੱਠੇ ਹੋਏ, ਕਿਵੇਂ ਇਹ ਸਾਰਾ ਆਪਰੇਸ਼ਨ ਹੋਇਆ, ਇਹ ਆਉਣ ਵਾਲੇ ਦਿਨਾਂ ਜ਼ਾਹਿਰ ਤੌਰ ਤੇ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਮੰਨਿਆ ਜਾਏ ਇਸ ਤੇ ਖੁਲਾਸੇ ਕਰੇਗਾ। ਲੇਕਿਨ ਜੋ ਤਸਵੀਰ ਜਿਸ ਤਰੀਕੇ ਦੀ ਸਾਹਮਣੇ ਆਈ, ਜਿਸ ਤਰੀਕੇ ਨਾਲ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਜਿਹੜੀ ਕਿ ਸਪੈਸ਼ਲ ਸੈੱਲ ਦੇ ਨੇ HGS ਢਾਲੀਵਾਲ, ਢਾਲੀਵਾਲ ਜਿਵੇਂ ਉਹਨਾਂ ਨੇ PC ਕਰਕੇ ਚੀਜ਼ਾਂ ਸਾਫ਼ ਕੀਤੀਆਂ ਕਿ ਇਹਨਾਂ ਲੋਕਾਂ ਕੋਲ ਜਿਹੜਾ ਅਸਲਾ ਬਰਾਮਦ ਹੋਇਆ ਉਸੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਤਿਆਰੀ ਕਿਸ ਕਦਰ ਸੀ, ਕਿਸ ਤਰੀਕੇ ਨਾਲ AK-47 ਦੇ ਬਰਸ ਮਾਰੇ ਗਏ, ਕਿਵੇਂ ਪਿਸਟਲਾਂ ਨਾਲ ਫਾਇਰ ਹੋਏ, ਕੌਣ ਲੋਕ ਸਨ। ਇਹ ਹੁਣ ਸਿਲਸਿਲੇਵਾਰ ਤਰੀਕੇ ਨਾਲ ਕੜੀਆਂ ਜੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਤਾਂ ਮੰਨਿਆ ਜਾਏ ਕਿ ਆਉਣ ਵਾਲੇ ਦਿਨਾਂ 'ਚ ਵੀ ਮੂਸੇਵਾਲੇ ਨੂੰ ਲੈ ਕੇ ਕੁਝ ਨਵੇਂ ਖੁਲਾਸੇ ਹੋ ਸਕਦੇ ਨੇ। ਬਿਲਕੁਲ ਵਾਕਈ ਜੀ, ਹਰਪ੍ਰੀਤ ਬਣੇ ਰਹੋ ਸਾਡੇ ਨਾਲ। ਫਿਲਹਾਲ ਆਪਣੇ ਦਰਸ਼ਕਾਂ ਨੂੰ ਅਪਡੇਟ ਦੱਸ ਦਈਏ, ਇਹਨਾਂ ਤਿੰਨਾਂ ਮੁਲਜ਼ਮਾਂ ਨੂੰ ਫਿਲਹਾਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਪੁਲਿਸ ਰਿਮਾਂਡ ਹਾਸਲ ਕਰ ਲਈ ਹੈ ਦਿੱਲੀ ਪੁਲਿਸ ਵੱਲੋਂ। ਪੁਲਿਸ ਨੇ ਤਿੰਨਾਂ ਨੂੰ 14 ਦਿਨਾਂ ਦੀ ਪੁਲਿਸ ਰਿਮਾਂਡ ਦੇ ਉੱਪਰ ਭੇਜ ਦਿੱਤਾ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਅੱਜ ਕਸ਼ਿਸ਼, ਕੇਸ਼ਵ ਅਤੇ ਪ੍ਰਿਯਵਰਤ ਫੌਜੀ ਨੂੰ ਕੋਰਟ ਦੇ ਵਿੱਚ, ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਵਿੱਚ ਪੇਸ਼ ਕਰਕੇ 15 ਦਿਨ ਦੀ ਪੁਲਿਸ ਰਿਮਾਂਡ ਹਾਸਲ ਕਰ ਲਈ ਗਈ ਹੈ ਪੁਲਿਸ ਵੱਲੋਂ। ਹੁਣ ਵੇਖਣਾ ਹੋਵੇਗਾ ਕਿ ਜਦ ਇਹਨਾਂ ਦੇ ਇੰਟਰੋਗੇਸ਼ਨ ਹੋਵੇਗੀ ਤਾਂ ਇੰਟਰੋਗੇਸ਼ਨ ਦੌਰਾਨ ਹੋਰ ਕਿਹੜੇ-ਕਿਹੜੇ ਵੱਡੇ ਖੁਲਾਸੇ ਹੁੰਦੇ ਨੇ। ਪਰ ਦੱਸ ਦਈਏ ਕਿ ਐਡੀ ਵੱਡੀ ਗਿਣਤੀ ਦੇ ਵਿੱਚ 14 ਦਿਨਾਂ ਦੀ, ਮਾਫੀ ਚਾਹਾਂਗੇ, 14 ਦਿਨਾਂ ਦੀ ਪੁਲਿਸ ਰਿਮਾਂਡ ਹਾਸਲ ਕੀਤੀ ਗਈ ਹੈ। ਇੰਟਰੋਗੇਸ਼ਨ ਦੇ ਵਿੱਚ ਹੁਣ ਕੀ ਕੁਝ ਖੁਲਾਸੇ ਹੋਣਗੇ ਵੇਖਣਾ ਬੜਾ ਖਾਸ ਅਤੇ ਦਿਲਚਸਪ ਰਹਿਣ ਵਾਲਾ ਹੈ। ਪਰ ਤੁਹਾਨੂੰ ਦੱਸ ਦਈਏ ਜਿਹੜਾ ਹਥਿਆਰ, ਜਿਹੜਾ ਅਸਲਾ ਫੜਿਆ ਗਿਆ ਹੈ, ਅਲਟਰਾ ਮਾਡਰਨ ਵੈਪਨ ਜਿਹੜੇ ਫੜੇ ਗਏ ਨੇ, ਇਹ ਸਿਰਫ ਇੱਕ ਕਤਲ ਤੱਕ ਹੁਣ ਗੱਲ ਨਹੀਂ ਰਹਿ ਜਾਂਦੀ। ਪੰਜਾਬ ਦੀ ਇੰਟੈਲੀਜੈਂਸ ਕੀ ਕਰ ਰਹੀ ਹੈ, ਵਾਕਈ 'ਚ ਪੰਜਾਬ ਦੇ ਵਿੱਚ ਕੀ ਅਜਿਹੇ ਮਾਡਰਨ ਹਥਿਆਰ ਮੁਲਜ਼ਮਾਂ ਦੇ ਕੋਲ ਜਾਂ ਫਿਰ ਅਜਿਹੇ ਅਨਸਰਾਂ ਦੇ ਕੋਲ ਮੌਜੂਦ ਨੇ ਕਿ ਪੰਜਾਬ ਦੀ ਸਿਕਿਉਰਿਟੀ ਨੂੰ ਲੈ ਕੇ ਪੁਲਿਸ ਜਾਂ ਫਿਰ ਸਰਕਾਰ ਕਿਸੇ ਢੰਗ ਦੀ ਕੋਈ ਗਰੰਟੀ ਦੇ ਵੀ ਸਕਦੀ ਹੈ। ਪ੍ਰਿਯਵਰਤ ਫੌਜੀ ਦੀ ਨਿਸ਼ਾਨਦੇਹੀ ਦੇ ਉੱਪਰ ਹਰਿਆਣਾ ਦੇ ਹਿਸਾਰ ਦੇ ਇੱਕ ਪਿੰਡ ਤੋਂ ਇਹ ਗ੍ਰਨੇਡ ਲਾਂਚਰ AK-47 ਡੈਟੋਨੇਟਰ ਜਿਸ ਢੰਗ ਨਾਲ ਫੜੇ ਗਏ ਨੇ, ਇਹ ਹਮਲਾਵਰ ਅੱਤਵਾਦੀਆਂ ਨਾਲੋਂ ਵੀ ਕਿਧਰੇ ਜ਼ਿਆਦਾ ਹਥਿਆਰਾਂ ਦੇ ਨਾਲ ਲੈਸ ਨਜ਼ਰ ਆਉਂਦੇ ਨੇ। ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਅੱਜ ਜਿਹੜੇ 2 ਸ਼ੂਟਰ ਫੜੇ ਗਏ ਨੇ, ਇਹਨਾਂ ਦੀ ਨਿਸ਼ਾਨਦੇਹੀ ਦੇ ਉੱਪਰ ਜਿਹੜਾ ਵੱਡੀ ਗਿਣਤੀ ਦੇ ਵਿੱਚ ਅਸਲਾ ਬਰਾਮਦ ਹੋਇਆ ਹੈ, ਆਪਣੇ ਆਪ ਦੇ ਵਿੱਚ ਹੈਰਾਨ ਕਰਨ ਦੇਣ ਵਾਲੀਆਂ ਤਸਵੀਰਾਂ, ਪਰੇਸ਼ਾਨ ਕਰ ਦੇਣ ਵਾਲੀਆਂ ਤਸਵੀਰਾਂ ਨਜ਼ਰ ਆਉਂਦੀਆਂ ਨੇ। ਇਹ ਗ੍ਰਨੇਡ ਲਾਂਚਰ ਜਿਹੜਾ ਤੁਸੀਂ ਵੇਖ ਪਾ ਰਹੇ ਹੋ, ਆਪਣੇ ਆਪ ਦੇ ਵਿੱਚ ਬਿਆਨ ਕਰਦਾ ਕਿ ਕਿੰਨੀ ਵੱਡੀ ਤਿਆਰੀ ਦੇ ਵਿੱਚ ਆਏ ਸੀ ਸਿੱਧੂ ਮੂਸੇਵਾਲਾ ਦੇ ਹਮਲਾਵਰ। ਮੂਸੇਵਾਲਾ ਕਤਲकांड ਦੀ ਆਖਰਕਾਰ ਕੀ ਕੁਝ ਕਰਨੋਲੋਜੀ ਸੀ, ਅੱਜ ਪੁਲਿਸ ਨੇ ਉਹ ਸਾਰਿਆਂ ਦੇ ਸਾਹਮਣੇ ਰੱਖੀ। ਪਹਿਲੀ ਵਾਰ ਪੁਲਿਸ ਨੇ ਮੰਨਿਆ ਕਿ ਹਾਂ AK-47 ਦੇ ਨਾਲ ਗੋਲੀਆਂ ਚੱਲੀਆਂ ਨੇ, AK-47 ਰਾਈਫਲ ਦਾ ਇਸਤੇਮਾਲ ਕੀਤਾ ਗਿਆ। ਮਨਪ੍ਰੀਤ ਮੰਨੂ ਨੇ, ਉਹ ਹਮਲਾਵਰ, ਉਹ ਸ਼ੂਟਰ ਜਿਹੜਾ ਕਿ ਇਸ ਮੋਡਿਊਲ ਦਾ ਹਿੱਸਾ ਸੀ, ਮਨਪ੍ਰੀਤ ਮੰਨੂ ਨੇ ਪਹਿਲਾ ਫਾਇਰ ਕੀਤਾ AK-47 ਦੇ ਨਾਲ। ਦਿੱਲੀ ਪੁਲਿਸ ਵੱਲੋਂ ਇਹ ਗੱਲ ਮੰਨ ਲਈ ਗਈ ਹੈ। ਸ਼ੂਟਰਾਂ ਦੇ ਕੋਲ ਹਮਲੇ ਦੌਰਾਨ ਕਾਰ ਦੇ ਵਿੱਚ ਗ੍ਰਨੇਡ ਤੱਕ ਮੌਜੂਦ ਸੀ। ਜੀ ਹਾਂ, ਗ੍ਰਨੇਡ ਵੀ ਸੁੱਟਣੇ ਪੈਂਦੇ ਤਾਂ ਸੁੱਟ ਸਕਦੇ ਸੀ। ਗ੍ਰਨੇਡ ਲਾਂਚਰ ਵੀ ਮੌਜੂਦ ਸੀ, ਗ੍ਰਨੇਡ ਲਾਂਚਰ ਵੀ ਫੜ ਲਿਆ ਪੁਲਿਸ ਨੇ। ਮੂਸੇਵਾਲਾ ਤੇ ਗ੍ਰਨੇਡ ਸੁੱਟਣ ਦਾ ਬੈਕਅਪ ਪਲਾਨ ਤਿਆਰ ਸੀ ਹਮਲਾਵਰਾਂ ਦੇ ਕੋਲ। ਸ਼ੂਟਰਾਂ ਨੇ ਪੰਜਾਬ ਪੁਲਿਸ ਦੀਆਂ 6 ਵਰਦੀਆਂ ਵੀ ਖਰੀਦੀਆਂ ਸਨ। ਇਹ ਵੀ ਇੱਕ ਵੱਡੀ ਅਪਡੇਟ ਤੁਹਾਨੂੰ ਦੱਸ ਰਿਹਾ। ਪੁਲਿਸ ਦੀਆਂ 6 ਵਰਦੀਆਂ ਖਰੀਦੀਆਂ ਸਨ, ਪਰ ਉਹਨਾਂ ਨੇ ਇਸ ਕਰਕੇ ਨਹੀਂ ਪਾਈਆਂ ਕਿਉਂਕਿ ਨੇਮ ਪਲੇਟ ਉਹਨਾਂ ਕੋਲੋਂ ਅਰੇਂਜ ਨਹੀਂ ਹੋ ਸਕੀ। ਨੇਮ ਪਲੇਟਾਂ ਨਾ ਹੋਣ ਦੇ ਚਲਦਿਆਂ ਉਹਨਾਂ ਨੇ ਪੁਲਿਸ ਦੀ ਵਰਦੀ ਨਹੀਂ ਵਰਤੀ, ਪਰ 6 ਪੁਲਿਸ ਦੀਆਂ ਯੂਨੀਫਾਰਮਸ ਮੌਜੂਦ ਸੀ ਹਮਲਾਵਰਾਂ ਦੇ ਕੋਲ। ਪੂਰੇ ਕਤਲकांड ਦੌਰਾਨ ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਸਨ ਸ਼ੂਟਰ। ਪੂਰੇ ਕਤਲकांड ਦੌਰਾਨ ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਸੀ ਤੇ ਕਤਲ ਕਰਨ ਤੋਂ ਬਾਅਦ ਵੀ ਗੋਲਡੀ ਬਰਾੜ ਨੂੰ ਫੋਨ ਕਰਕੇ ਦੱਸ ਦਿੱਤਾ ਗਿਆ ਕਿ ਹਾਂ ਅਸੀਂ ਇਹ ਕੰਮ ਪੂਰਾ ਕਰ ਦਿੱਤਾ। ਪਹਿਲੀ ਵਾਰ ਪੁਲਿਸ ਵੱਲੋਂ ਮੰਨਿਆ ਜਾਣਾ ਕਿ AK-47 ਦਾ ਇਸਤੇਮਾਲ ਹੋਇਆ। AK-47 ਦਾ ਫੜਿਆ ਜਾਣਾ, AK-47 ਦੇ ਉੱਪਰ ਫਿੱਟ ਕਰਨ ਵਾਲੇ ਗ੍ਰਨੇਡ ਲਾਂਚਰ ਦਾ ਫੜਿਆ ਜਾਣਾ, ਗ੍ਰਨੇਡ ਦਾ ਫੜਿਆ ਜਾਣਾ, ਡੈਟੋਨੇਟਰ ਦਾ ਫੜਿਆ ਜਾਣਾ, ਇਹ ਵੱਡਾ ਜਿਹੜਾ ਪਲਾਨ
ਹਮਲਾਵਰਾਂ ਦਾ ਨਿਕਲ ਕੇ ਸਾਹਮਣੇ ਆਇਆ। ਵਾਕਈ 'ਚ ਡਰਾਉਣ ਵਾਲਾ ਇਹ ਪਲਾਨ ਵਿਖਾਈ ਦਿੰਦਾ ਹੈ। ਗੋਲੀਆਂ ਚੱਲੀਆਂ ਸਭ ਨੂੰ ਪਤਾ ਹੈ, ਪਰ AK-47 ਦੇ ਨਾਲ ਗੋਲੀਆਂ ਚੱਲੀਆਂ। ਪੁਲਿਸ ਨੇ ਗੱਲ ਪਹਿਲੀ ਵਾਰੀ ਕਬੂਲ ਕੀਤੀ ਹੈ। ਪੁਲਿਸ ਦਾ ਵੱਡਾ ਕਬੂਲਨਾਮਾ ਸਾਹਮਣੇ ਆਇਆ। ਵਾਕਈ 'ਚ ਪ੍ਰਿਯਵਰਤ ਫੌਜੀ ਅਤੇ ਕਸ਼ਿਸ਼ ਦੀ ਗ੍ਰਿਫਤਾਰੀ ਦੇ ਨਾਲ